लगातार इस तो पहला भी बिक्रम मजीठिया की सिक्योरिटी ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਸਨ। ਜੇਲ੍ਹ ਮੰਤਰੀ ਬੈਂਸ ਸਾਹਿਬ ਦਾ ਕਹਿਣਾ ਕਿ ਜਿਹੜੀ ਸਿਕਿਉਰਿਟੀ ਹੈ ਬਿਕਰਮ ਮਜੀਠੀਆ ਨੂੰ ਨਹੀਂ ਦਿੱਤੀ ਜਾਊਗੀ, ਇਹਨਾਂ ਨੂੰ ਇੱਕ ਆਮ ਕੈਦੀ ਅੱਗੇ ਰੱਖਿਆ ਜਾਏਗਾ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਹੁਣ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਇੱਕ ਆਮ ਕੈਦੀ ਦੀ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ। ਜੇ ਕੋਈ ਨੁਕਸਾਨ ਹੁੰਦਾ ਤੇ ਜੇਲ੍ਹ ਮਿਨਿਸਟਰ ਦੀ ਇਹ ਜਿਹੜੀ ਸਟੇਟਮੈਂਟ ਹੈ ਫਿਰ ਇਹ ਔਨ ਰਿਕਾਰਡ ਰਹਿਣੀ ਚਾਹੀਦੀ। ਇਟ ਵਿਲ ਬੀ ਹੈਲਡ ਰਿਸਪੌਂਸਿਬਲ। ਇਹ ਕੋਈ ਜੰਗਲ ਰਾਜ ਨਹੀਂ ਹੈ ਜਾਂ ਘਰ ਦਾ ਰਾਜ ਨਹੀਂ ਹੁੰਦਾ ਕਿਸੇ ਦਾ ਕਿ ਤੁਸੀਂ ਜੋ ਮਰਜ਼ੀ ਲਾਅ ਬਣਾ ਦਿਓਗੇ ਤੇ ਲਾਅ ਆਫ ਦੀ ਲੈਂਡ ਬਣ ਗਈ। ਲਾਅ ਆਫ ਦੀ ਲੈਂਡ ਐਸਟੈਬਲਿਸ਼ਡ ਹੈ, ਬਣੇ ਹੋਏ। ਉਸ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਜਾ ਕੇ ਕੋਈ ਵੀ ਕਿਤੋਂ ਕੋਈ ਡਿਮਾਂਡ ਨਹੀਂ ਕਰਦਾ। ਤੁਸੀਂ ਜੇਲ੍ਹ ਦੇ ਵਿੱਚ ਵੀ ਪਾ ਦਿੱਤਾ, ਉੱਥੇ ਵੀ ਉਹਦੇ ਆਪਣੇ ਬੁਨਿਆਦੀ ਹੱਕ ਨੇ ਜੀ। ਜੇਲ੍ਹ ਦੀ ਮੈਨੂਅਲ ਹੈ। ਕੋਈ ਨਹੀਂ ਅਸੀਂ ਚਾਹੁੰਦੇ ਤੁਹਾਡੇ ਕੋਲੇ ਫੇਵਰ ਜਾਂ ਕੋਈ ਐਕਸਟਰਾ ਸਹੂਲਤ। ਅਕਾਲੀ ਦਲ ਕਦੀ ਜੇਲ੍ਹਾਂ ਤੋਂ ਘਬਰਾਇਆ ਨਹੀਂ, ਪਰ ਜੋ ਕਿਸੇ ਦਾ ਸਿਕਿਉਰਿਟੀ ਕੰਸਰਨ ਹੈ, ਜੋ ਉਹਦਾ ਹੱਕ ਬਣਦਾ ਉਹ ਸਾਰਿਆਂ ਨੂੰ ਮਿਲਣਾ ਚਾਹੀਦਾ। ਪਰ ਅਫਸੋਸ ਇਹ ਹੈ ਕਿ ਪੋਲੀਟੀਕਲ ਇੰਟਰਫੇਰੈਂਸ ਦੇ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨੂੰ ਮੈਂਟਲੀ ਟੌਰਚਰ ਕਰਕੇ ਸ਼ਾਇਦ ਇਹ ਦਬਾ ਲੈਣਗੇ। ਉਹ ਇਹਨਾਂ ਦਾ ਬੜਾ ਗਲਤ ਤਰੀਕਾ ਹੈ। ਆਮ ਆਦਮੀ ਪਾਰਟੀ ਦਾ ਅਕਸਰ ਖੰਡਨ ਕਰਦੀ ਕਿ ਅਸੀਂ ਪੋਲੀਟੀਕਲ ਵੈਂਡੇਟਾ ਨਹੀਂ ਕਰਦੇ। ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਵੀ ਕਿਤੇ ਨਾ ਕਿਤੇ ਪੋਲੀਟੀਕਲ ਵੈਂਡੇਟਾ ਦਾ ਹਿੱਸਾ ਬਣਦੇ ਜਾ ਰਹੇ ਨੇ। ਦੇਖੋ ਹੁਣ ਤਾਂ ਮੀਡੀਆ ਵੀ ਲਪੇਟ 'ਚ ਆ ਗਿਆ। ਪੀਟੀਸੀ ਦੇ ਚੈਨਲ ਹੈਡ ਰਵਿੰਦਰ ਨਾਰਾਇਣ ਦਾ ਕੀ ਕਸੂਰ ਹੈ? ਦਿੱਲੀ ਬੈਠੇ ਬੰਦੇ ਨੂੰ ਤੁਸੀਂ ਇੱਥੇ ਇੱਕ ਜਿਹੜੀ ਹੈ ਜਾਲੀ ਕੰਪਲੇਂਟ ਲੈ ਕੇ ਉੱਥੋਂ ਅਰੈਸਟ ਕਰਕੇ ਲੈ ਆਉਂਦੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਸਾਹਿਲ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪੰਜਾਬ ਦੇ ਵਿੱਚ ਵੱਧ ਰਹੇ ਕ੍ਰਾਈਮ ਨੂੰ ਲੈ ਕੇ। ਜੇਕਰ ਗੱਲ ਕੀਤੀ ਜਾਵੇ ਤਾਂ ਬਿਕਰਮ ਮਜੀਠੀਆ ਜੋ ਕਿ ਇਸ ਵੇਲੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਨੇ, ਇਹਨਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਜੇਲ੍ਹ ਮੰਤਰੀ ਦਾ ਲਗਾਤਾਰ ਪਟਿਆਲਾ ਜੇਲ੍ਹ ਦੇ ਵਿੱਚ ਦੌਰਾ, ਖਾਸ ਕਰਕੇ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਬਿਕਰਮ ਮਜੀਠੀਆ ਦੀ ਬੈਰਕ ਦਾ ਜਿਹੜਾ ਦੌਰਾ ਹੈ, ਉਹ ਕਿਤੇ ਨਾ ਕਿਤੇ ਇੱਕ ਰਾਜਸੀ ਬਦਲਾਖੋਰੀ ਹੋ ਸਕਦੀ ਹੈ। ਇਸ ਬਾਰੇ ਸਾਡੇ ਨਾਲ ਖੋਲ੍ਹ ਕੇ ਗੱਲ ਕਰਨੀ ਡਾਕਟਰ ਦਲਜੀਤ ਸਿੰਘ ਚੀਮਾ ਮੌਜੂਦ ਨੇ। ਸੋ ਚੀਮਾ ਸਾਹਿਬ, ਕਿਸ ਤਰੀਕੇ ਦੇਖਦੇ ਹੋ ਤੁਸੀਂ ਕਿਹਾ ਕਿ ਜਿਹੜਾ ਲਗਾਤਾਰ ਆਮ ਆਦਮੀ ਪਾਰਟੀ ਦੇ ਨਵੇਂ ਜੇਲ੍ਹ ਮੰਤਰੀ ਬਣੇ ਨੇ ਬੈਂਸ ਸਾਹਿਬ, ਉਹ ਹੁਣ ਜੇਲ੍ਹ ਦਾ ਦੌਰਾ ਕਰ ਰਹੇ ਨੇ। ਬਿਕਰਮ ਮਜੀਠੀਆ ਦੀ ਖਾਸ ਕਰਕੇ ਬੈਰਕ ਦਾ ਦੌਰਾ ਕੀਤਾ ਜਾ ਰਿਹਾ, ਉਹ ਰਾਜਸੀ ਬਦਲਾਖੋਰੀ ਕਿਸ ਤਰੀਕੇ ਦੇਖਦੇ ਹੋ? ਦੇਖੋ ਗੱਲ ਇਹ ਹੈ ਕਿ ਪਹਿਲਾਂ ਤਾਂ ਕੇਸ ਹੀ 100% ਝੂਠਾ ਪਾ ਕੇ ਤੇ ਪੋਲੀਟੀਕਲ ਵੰਡੇਟਾ ਦੇ ਤਹਿਤ ਪਿਛਲੀ ਸਰਕਾਰ, ਸਾਰੀ ਦੁਨੀਆ ਨੂੰ ਪਤਾ ਕਿ ਕਿਸ ਤਰੀਕੇ ਝੂਠਾ ਕੇਸ ਦਰਜ ਕੀਤਾ ਗਿਆ। ਔਰ ਹੁਣ ਜਿਹੜਾ ਨਵਾਂ ਬਦਲਾਅ ਆਇਆ, ਜਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਨਹਿਊਮਨ ਟ੍ਰੀਟਮੈਂਟ ਜਿਹੜੀ ਹੈ ਇਹਨਾਂ ਵੱਲੋਂ ਦੇਣ ਦੀ ਉੱਥੇ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਅਸੀਂ ਕੰਡੈਮ ਕੀਤਾ ਕਿ ਪਹਿਲਾਂ ਤਾਂ ਜਿਹੜੀ ਹੈ ਵੰਡੇਟਾ ਪੋਲਿਟਿਕਸ ਦੇ ਵੈਸੇ ਹੀ ਸ਼ੋਭਾ ਨਹੀਂ ਦਿੰਦੀ ਕਿਸੇ ਵੀ ਸਰਕਾਰ ਨੂੰ। ਦੂਜੀ ਗੱਲ ਹੈ ਕਿ ਭਾਵੇਂ ਜੇ ਕਿਸੇ ਨੂੰ ਤੁਸੀਂ ਜੇਲ੍ਹ ਦੇ ਵਿੱਚ ਵੀ ਪਾ ਦਿੱਤਾ, ਉੱਥੇ ਵੀ ਉਹਦੇ ਆਪਣੇ ਬੁਨਿਆਦੀ ਹੱਕ ਨੇ ਜੀ। ਜੇਲ੍ਹ ਦੀ ਮੈਨੂਅਲ ਹੈ। ਕੋਈ ਨਹੀਂ ਅਸੀਂ ਚਾਹੁੰਦੇ ਤੁਹਾਡੇ ਕੋਲੇ ਫੇਵਰ ਜਾਂ ਕੋਈ ਐਕਸਟਰਾ ਸਹੂਲਤ। ਅਕਾਲੀ ਦਲ ਕਦੀ ਜੇਲ੍ਹਾਂ ਤੋਂ ਘਬਰਾਇਆ ਨਹੀਂ ਜੀ, ਪਰ ਜੋ ਕਿਸੇ ਦਾ ਸਿਕਿਉਰਿਟੀ ਕੰਸਰਨ ਹੈ, ਜੋ ਉਹਦਾ ਹੱਕ ਬਣਦਾ ਉਹ ਸਾਰਿਆਂ ਨੂੰ ਮਿਲਣਾ ਚਾਹੀਦਾ। ਪਰ ਅਫਸੋਸ ਇਹ ਹੈ ਕਿ ਪੋਲੀਟੀਕਲ ਇੰਟਰਫੇਰੈਂਸ ਦੇ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਨੂੰ ਮੈਂਟਲੀ ਟੌਰਚਰ ਕਰਕੇ ਸ਼ਾਇਦ ਇਹ ਦਬਾ ਲੈਣਗੇ। ਉਹ ਇਹਨਾਂ ਦਾ ਬੜਾ ਗਲਤ ਭੁਲੇਖਾ। ਲਗਾਤਾਰ ਇਸ ਤੋਂ ਪਹਿਲਾਂ ਵੀ ਬਿਕਰਮ ਮਜੀਠੀਆ ਦੀ ਸਿਕਿਉਰਿਟੀ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਸਨ। ਜੇਲ੍ਹ ਮੰਤਰੀ ਬੈਂਸ ਸਾਹਿਬ ਦਾ ਕਹਿਣਾ ਕਿ ਜਿਹੜੀ ਸਿਕਿਉਰਿਟੀ ਹੈ ਬਿਕਰਮ ਮਜੀਠੀਆ ਨੂੰ ਨਹੀਂ ਦਿੱਤੀ ਜਾਊਗੀ, ਇਹਨਾਂ ਨੂੰ ਇੱਕ ਆਮ ਕੈਦੀ ਅੱਗੇ ਰੱਖਿਆ ਜਾਏਗਾ। ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਹੁਣ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਆਮ ਕੈਦੀ ਦੀ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ। ਸਾਨੂੰ ਤਾਂ ਸਿਰਫ ਇਹ ਹੈ ਕਿ ਜੇ ਕੋਈ ਨੁਕਸਾਨ ਹੁੰਦਾ ਤੇ ਜੇਲ੍ਹ ਮਿਨਿਸਟਰ ਦੀ ਇਹ ਜਿਹੜੀ ਸਟੇਟਮੈਂਟ ਹੈ ਫਿਰ ਇਹ ਔਨ ਰਿਕਾਰਡ ਰਹਿਣੀ ਚਾਹੀਦੀ। ਹੀ ਵਿਲ ਬੀ ਹੈਲਡ ਰਿਸਪੌਂਸਿਬਲ। ਇਹ ਕੋਈ ਜੰਗਲ ਰਾਜ ਨਹੀਂ ਹੈ ਜਾਂ ਘਰ ਦਾ ਰਾਜ ਨਹੀਂ ਹੁੰਦਾ ਕਿਸੇ ਦਾ ਕਿ ਤੁਸੀਂ ਜੋ ਮਰਜ਼ੀ ਲਾਅ ਬਣਾ ਦਿਓਗੇ ਤੇ ਲਾਅ ਆਫ ਦੀ ਲੈਂਡ ਬਣ ਗਿਆ। ਲਾਅ ਆਫ ਦੀ ਲੈਂਡ ਐਸਟੈਬਲਿਸ਼ਡ ਹੈ, ਬਣੇ ਹੋਏ। ਉਸ ਤੋਂ ਬਾਅਦ ਜਿਹੜਾ ਉਸ ਤੋਂ ਬਾਹਰ ਜਾ ਕੇ ਕੋਈ ਵੀ ਕਿਤੋਂ ਕੋਈ ਡਿਮਾਂਡ ਨਹੀਂ ਕਰਦਾ। ਇਸ ਕਰਕੇ ਇਹਨਾਂ ਤਾਂ ਸਾਰਿਆਂ ਦੀ ਸਿਕਿਉਰਿਟੀ ਵਿਡਰਾ ਕਰਤੀ। ਪਰ ਜੋ ਹਾਲ ਹੈ ਇੱਥੇ ਇਸ ਵੇਲੇ, ਇਹਨਾਂ ਨੂੰ ਇਹ ਪੜ੍ਹੋ ਕਿ ਜਿਹੜੇ ਤੁਹਾਡਾ ਪੁਲਿਸ ਦੀਆਂ ਜਾਂ ਇੰਟੈਲੀਜੈਂਸ ਏਜੰਸੀਆਂ ਜੋ ਕਿਸੇ ਦੀ ਸੁਰੱਖਿਆ ਬਾਰੇ ਲਿਖਦੀਆਂ, ਘੱਟੋ ਘੱਟ ਅੱਖਾਂ ਖੋਲ੍ਹ ਕੇ ਉਹ ਤਾਂ ਪੜ੍ਹ ਲਓ। ਜੇ ਤੁਸੀਂ ਉਹਦੇ ਵਿੱਚ ਵੀ ਦੀਵਾਰ ਬਣਦੇ ਹੋ ਕਿ ਕਿਸੇ ਦੀ ਸਿਕਿਉਰਿਟੀ ਦੀ ਥ੍ਰੈਟ ਪਰਸੈਪਸ਼ਨ ਹੈ, ਜਾਂ ਤੁਹਾਡੀਆਂ ਏਜੰਸੀਆਂ ਦੇ ਵਿੱਚ ਵੀ ਰਿਕਾਰਡ ਦੇ ਵਿੱਚ ਹੈ ਕਿ ਕਿਸੇ ਨੂੰ ਸੁਰੱਖਿਆ ਚਾਹੀਦੀ ਆ, ਜੇ ਉੱਥੇ ਵੀ ਕੋਈ ਮਿਨਿਸਟਰ ਜਿਹੜਾ ਇੰਟਰਫੀਅਰ ਕਰਦਾ ਜਾਤੀ ਤੌਰ 'ਤੇ, ਉਹ ਕ੍ਰਾਈਮ ਦਾ ਹਿੱਸੇਦਾਰ ਬਣ ਰਿਹਾ। ਇਸ ਕਰਕੇ ਇਸ ਗੱਲ ਦਾ ਇਹਨਾਂ ਨੂੰ ਵੀ ਗਿਆਨ ਹੋਣਾ ਚਾਹੀਦਾ। ਆਮ ਆਦਮੀ ਪਾਰਟੀ ਦਾ ਅਕਸਰ ਖੰਡਨ ਕਰਦੀ ਕਿ ਅਸੀਂ ਪੋਲੀਟੀਕਲ ਵੈਂਡੇਟਾ ਨਹੀਂ ਕਰਦੇ। ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਵੀ ਕਿਤੇ ਨਾ ਕਿਤੇ ਪੋਲੀਟੀਕਲ ਵੈਂਡੇਟਾ ਦਾ ਹਿੱਸਾ ਬਣਦੇ ਜਾ ਰਹੇ ਨੇ। ਦੇਖੋ ਹੁਣ ਤਾਂ ਮੀਡੀਆ ਵੀ ਲਪੇਟ 'ਚ ਆ ਗਿਆ। ਪੀਟੀਸੀ ਦੇ ਚੈਨਲ ਹੈਡ ਰਵਿੰਦਰ ਨਾਰਾਇਣ ਦਾ ਕੀ ਕਸੂਰ ਹੈ? ਦਿੱਲੀ ਬੈਠੇ ਬੰਦੇ ਨੂੰ ਤੁਸੀਂ ਇੱਥੇ ਇੱਕ ਜਿਹੜੀ ਹੈ ਜਾਲੀ ਕੰਪਲੇਂਟ ਲੈ ਕੇ ਉੱਥੋਂ ਅਰੈਸਟ ਕਰਕੇ ਲੈ ਆਉਂਦੇ। ਆ ਮੋਹਾਲੀ ਦੇ ਵਿੱਚ ਇੱਕ ਤੁਸੀਂ ਥਾਣਾ ਖੋਲ੍ਹਿਆ ਵੀ ਕਿਸੇ ਦੂਜੀ ਪਾਰਟੀ ਦਾ ਕੋਈ ਸੋਸ਼ਲ ਮੀਡੀਆ ਦਾ ਸੋਸ਼ਲ ਐਕਟੀਵਿਸਟ
ਕੋਈ ਦਿੱਲੀ 'ਚ ਬੀਜੇਪੀ ਦਾ ਹੋਵੇ, ਕੋਈ ਬੰਬੇ ਦਾ ਹੋਵੇ, ਕਿਸੇ ਪਾਰਟੀ ਦਾ ਸਪੋਕਸਮੈਨ ਹੋਵੇ, ਕਿਤੇ ਕੇਜਰੀਵਾਲ ਦੇ ਖਿਲਾਫ ਟਵੀਟ ਕਰਦੇ ਤੇ ਇੱਥੇ ਪਰਚਾ ਦਰਜ ਹੋ ਜਾਂਦਾ। ਕੀ ਇਹ ਡੈਮੋਕ੍ਰੇਸੀ ਦੇ ਵਿੱਚ ਇਹ ਚੀਜ਼ਾਂ ਸ਼ੋਭਾ ਦਿੰਦੀਆਂ? ਇਹ ਕਿੱਥੇ ਲਿਖਿਆ ਹੈ? ਇਹ ਜੰਗਲ ਰਾਜ ਹੀ ਹੁੰਦਾ ਕਿ ਤੁਹਾਡੇ ਪਹਿਲੀ ਵਾਰੀ ਤੁਸੀਂ ਇੱਥੇ ਰਾਜ ਭਾਗ ਦੇਖਿਆ, ਤੁਸੀਂ ਸਾਰੀਆਂ ਲਿਮਿਟਸ ਕ੍ਰਾਸ ਕਰੀ ਜਾ ਰਹੇ ਕਿ ਮੀਡੀਆ ਦੇ ਉੱਤੇ ਵੀ ਅਸੀਂ ਇੱਧਰ ਵੀ ਗਲਾ ਘੁੱਟਾਂਗੇ, ਇੱਥੇ ਵੀ ਝੂਠੇ ਕੇਸ ਦਰਜ ਕਰਾਂਗੇ, ਪੋਲੀਟੀਕਲ ਆਪੋਨੈਂਟਸ 'ਤੇ ਵੀ ਕਰਾਂਗੇ, ਜੇ ਕੋਈ ਹੋਰ ਸੋਸ਼ਲ ਐਕਟਿਵਿਸਟ ਹੈਗੇ ਉਹਨਾਂ 'ਤੇ ਵੀ ਕਰਾਂਗੇ। ਪੰਜਾਬ ਦੇ ਹੱਕਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਲਗਾਤਾਰ ਪੰਜਾਬ ਦੇ ਹੱਕ ਜਿਹੜੇ ਆ ਖੋਏ ਜਾ ਰਹੇ, ਕੇਂਦਰ ਸਰਕਾਰ ਪੰਜਾਬ ਦੇ ਹੱਕ ਖੋ ਰਹੀ ਹੈ। ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਉਸ ਚੀਜ਼ ਉੱਤੇ ਚੁੱਪੀ ਸਾਧ ਕੇ ਬੈਠੀ ਹੈ। ਹਾਲਾਂਕਿ ਗੱਲ ਕੀਤੀ ਜਾਵੇ ਕਿਸੇ ਟਾਈਮ ਤੇ ਕੇਂਦਰ ਸਰਕਾਰ ਦੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵੀ ਸਾਂਝ ਸੀਗੀ ਜਦੋਂ ਕਾਨੂੰਨ ਪਾਸ ਕੀਤੇ ਗਏ ਸਨ, ਜਦੋਂ ਖੇਤੀ ਕਾਨੂੰਨਾਂ ਦੀ ਗੱਲ ਹੋਈ ਸੀ, ਜਦੋਂ ਕਾਨੂੰਨ ਪਾਸ ਹੋਏ ਸਨ, ਅਕਸਰ ਸ਼੍ਰੋਮਣੀ ਅਕਾਲੀ ਦਲ ਦੇ ਇਲਜ਼ਾਮ ਲੱਗਦੇ ਰਹੇ ਨੇ ਕਿ ਉਹਨਾਂ ਨੇ ਕੇਂਦਰ ਸਰਕਾਰ ਤੋਂ ਸਾਰੇ ਸਾਥ ਦਿੱਤਾ ਸੀਗਾ, ਕਾਨੂੰਨਾਂ ਦੀ ਹਮਾਇਤ ਕੀਤੀ ਸੀਗੀ। ਉਸ ਤੋਂ ਬਾਅਦ ਅਕਾਲੀ ਦਲ ਜਿਹੜਾ ਹੈ ਉਹ ਕਿਤੇ ਨਾ ਕਿਤੇ ਕਿਨਾਰਾ ਕਰਦਾ ਨਜ਼ਰ ਆਉਂਦਾ ਹੈ ਕੇਂਦਰ ਸਰਕਾਰ ਤੋਂ। ਤੇ ਅੱਜ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਗੱਲ ਆਉਂਦੀ ਹੈ, ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਖੋਣ ਦੀ ਗੱਲ ਆ ਰਹੀ ਹੈ, ਫਿਰ ਆਮ ਆਦਮੀ ਪਾਰਟੀ ਦੇ ਇਲਜ਼ਾਮ ਕਿਉਂ ਲੱਗ ਰਹੇ ਨੇ? ਕਿਉਂਕਿ ਸਾਂਝ ਤਾਂ ਪਹਿਲਾਂ ਕਿਤੇ ਨਾ ਕਿਤੇ ਅਕਾਲੀ ਦਲ ਦੀ ਵੀ ਸੀ। ਸਾਂਝ ਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਕੋਈ ਤੁਹਾਡਾ ਸਾਥੀ ਜਿਹੜਾ ਗਲਤ ਫੈਸਲਾ ਕਰਦਾ, ਸਟੇਟ ਦੇ ਹੱਕਾਂ ਦੇ ਖਿਲਾਫ ਫੈਸਲਾ ਕਰਦਾ, ਤੇ ਤੁਸੀਂ ਉਹ ਜਿਹੜੀ ਹੈ ਉਹਨੂੰ ਰੋਕੋਗੇ ਨਹੀਂ। ਜਿੰਨੀ ਸਾਂਝ ਸੀ, ਸਾਂਝ ਵੀ ਨਿਭਾਈ। ਜਦੋਂ ਕਿਸਾਨਾਂ ਦੇ ਖਿਲਾਫ ਫੈਸਲਾ ਕੀਤਾ ਉਦੋਂ ਐਨਡੀਏ 'ਚੋਂ ਬਾਹਰ ਵੀ ਆਏ, ਕੈਬਨਿਟ 'ਚੋਂ ਅਸਤੀਫਾ ਵੀ ਦਿੱਤਾ। ਇਸ ਕਰਕੇ ਹੁਣ ਵੀ ਅਸੀਂ ਪੰਜਾਬ ਦੇ ਹੱਕਾਂ ਵਾਸਤੇ ਖੜ੍ਹੇ ਹਾਂ, ਪਰ ਕੋਈ ਗਵਰਨਮੈਂਟ ਦੀ ਵੀ ਡਿਊਟੀ ਬਣਦੀ ਹੈ। ਇਕੱਲਾ ਰੈਜੂਲੇਸ਼ਨ ਪਾਸ ਕਰਕੇ ਜੇ ਤੁਸੀਂ ਬੈਠ ਜਾਓਗੇ ਚੰਡੀਗੜ੍ਹ ਦੇ ਖਿਲਾਫ ਔਰ ਉਸ ਤੋਂ ਬਾਅਦ ਜਾ ਕੇ ਦਿੱਲੀ ਟੇਕਅਪ ਨਹੀਂ ਕਰੋਗੇ, ਕੋਈ ਆਲ ਪਾਰਟੀ ਮੀਟਿੰਗ ਨਹੀਂ ਕਰੋਗੇ, ਕੋਈ ਹੋਰ ਚਾਰਾਜੋਈ ਨਹੀਂ ਕਰੋਗੇ, ਅਸੀਂ ਕੁਦਰਤੀ ਗੱਲ ਆ ਫਿਰ ਸਰਕਾਰ ਤੋਂ ਜਵਾਬ ਉਹਦਾ ਮੰਗਾ। ਲਾਅ ਐਂਡ ਆਰਡਰ ਦੀ ਗੱਲ ਕੀਤੀ ਜਾਵੇ, ਡੀਜੀਪੀ ਸਾਹਿਬ ਨੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਕਿਹਾ ਕਿ ਹੁਣ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੁਧਰੀ ਹੈ ਪੰਜਾਬ ਦੇ ਵਿੱਚ। ਇਹਨੂੰ ਕਿੱਦਾਂ ਦੇਖਦੇ ਹੋ? ਮੇਰੇ ਖਿਆਲ ਤੁਹਾਨੂੰ ਕੈਮਰਾ ਲੈ ਕੇ ਬਾਜ਼ਾਰ 'ਚ ਜਾਣਾ ਚਾਹੀਦਾ, ਮੋਹਾਲੀ ਦੀ ਮਾਰਕੀਟ 'ਚ ਜਾਣਾ ਚਾਹੀਦਾ, ਉਹਨਾਂ ਨੂੰ ਪੁੱਛਣਾ ਚਾਹੀਦਾ ਲੋਕਾਂ ਨੂੰ ਵੀ ਕੱਲ੍ਹ ਇੱਥੇ ਕੀ ਹੋਇਆ। ਜਿੰਨੇ ਪੰਜਾਬ ਦੇ ਵਿੱਚ ਕਬੱਡੀ ਦੇ ਪਲੇਅਰ ਮਰੇ ਆ, ਸਾਰਿਆਂ ਦੇ ਘਰਾਂ 'ਚ ਜਾਣਾ ਚਾਹੀਦਾ, ਉਹਨਾਂ ਦੇ ਪਿੰਡਾਂ 'ਚ ਜਾਣਾ ਚਾਹੀਦਾ, ਜਿੱਥੇ ਮੈਚ ਹੋਏ ਉੱਥੇ ਜਾਣਾ ਚਾਹੀਦਾ। ਜਿਹੜਾ ਵਾਲੀਬਾਲ ਦਾ ਪਲੇਅਰ ਜਿਹੜਾ ਮਰਡਰ ਹੋਇਆ ਉੱਥੇ ਜਾਣਾ ਚਾਹੀਦਾ। ਜਿਹੜੇ ਰੋਜ਼ ਬਾਕੀ ਥਾਵਾਂ 'ਤੇ ਜਿੱਥੇ ਟਰੱਕ ਯੂਨੀਅਨਾਂ ਦੇ ਕਬਜ਼ੇ ਹੋਏ ਆ, ਚਾਹੇ ਉਹ ਜੈਤੋਂ ਹੋਇਆ ਚਾਹੇ ਮਲੋਟ ਹੋਇਆ, ਉੱਥੇ ਲੋਕਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਕਿ ਕੀ ਤੁਹਾਨੂੰ ਲੱਗਦਾ ਕਿ ਇੱਥੇ ਕਾਨੂੰਨ ਦਾ ਰਾਜ ਹੈ? ਆਪਣੇ ਆਪ ਹੀ ਗੱਲ ਜਿਹੜੀ ਹੈ ਸਾਫ਼ ਹੋ ਜੀ। ਕਿਉਂਕਿ ਤੁਹਾਡੇ ਵੱਲੋਂ ਜੰਗਲ ਰਾਜ ਵੀ ਕਹਿ ਦਿੱਤਾ ਗਿਆ ਕਿ ਜੰਗਲ ਰਾਜ ਹੈ ਇੱਕ ਹਿਸਾਬ ਦਾ। ਨਹੀਂ, ਹੋਰ ਕੀ ਹੈ। ਮੈਂ ਤਾਂ ਵੀ ਕਿਹਾ ਕਿ ਹੁਣ ਗਵਰਨਰ ਸਾਹਿਬ ਨੂੰ ਚਿੰਤਾ ਪੈ ਗਈ ਕਿ ਉਹਨਾਂ ਨੂੰ ਜਾ ਕੇ ਜਦੋਂ ਕਨਸਟੀਟਿਊਸ਼ਨਲ ਬ੍ਰੇਕਡਾਊਨ ਹੁੰਦੀ ਆ ਤੇ ਫਿਰ ਹੀ ਗਵਰਨਰ ਸਾਹਿਬ ਅੱਗੇ ਆਉਂਦੇ ਆ ਨਾ, ਨਹੀਂ ਤਾਂ ਗਵਰਨਰ ਸਾਹਿਬ ਤਾਂ ਉਹਨਾਂ ਨੂੰ ਕਿਉਂ ਤਕਲੀਫ ਦਿੱਤੀ ਗਈ? ਇਸੇ ਕਰਕੇ ਉਹਨਾਂ ਨੂੰ ਕਹਿਣਾ ਪੈ ਰਿਹਾ ਕਿ ਮੈਂ 3 ਮਹੀਨੇ ਬਾਅਦ ਇੱਕ ਵਾਰੀ ਉੱਥੇ ਬਾਰਡਰ 'ਤੇ ਜਾ ਕੇ ਜਾਇਜ਼ਾ ਲਵਾਂਗਾ ਕਿ ਜਿਹੜੀ ਸਟੇਟ ਦੀ ਮਸ਼ੀਨਰੀ ਆ ਫੇਲ ਹੋ ਗਈ। ਤੇ ਇਸ ਤੋਂ ਵੱਡਾ ਸਬੂਤ ਕੀ ਹੈ ਦੱਸੋ? ਤੁਸੀਂ ਦੇਖਿਆ ਕਿਸੇ ਸੂਬੇ ਦੇ ਵਿੱਚ ਇਲੈਕਟਡ ਗਵਰਨਮੈਂਟ ਹੋਵੇ ਤੇ ਗਵਰਨਰ ਸਾਹਿਬ ਜਾ ਕੇ ਜਿਹੜੀ ਲਾਅ ਐਂਡ ਆਰਡਰ ਦੀ ਉੱਥੇ ਮੀਟਿੰਗ ਕਰਨ ਜਾਂ ਜਾਇਜ਼ਾ ਲੈਣ? ਇਹ ਇੰਡੀਕੇਸ਼ਨ ਕੀ ਹੈ ਕਿ ਜਿਹਨੂੰ ਜਿਹੜਾ ਰਾਜ ਭਾਗ ਮਿਲਿਆ ਉਹ ਨਹੀਂ ਸੰਭਾਲ ਸਕਦਾ। ਬਹੁਤ ਬਹੁਤ ਧੰਨਵਾਦ। ਸੋ ਇਸ ਨਾਲ ਸਾਡਾ ਡਾਕਟਰ ਦਿਲਜੀਤ ਸਿੰਘ ਚੀਮਾ ਜਿਹਨੇ ਦੱਸਿਆ ਕਿਸ ਤਰੀਕੇ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਜਿਹੜਾ ਪੋਲੀਟੀਕਲ ਵੈਂਡੇਟਾ ਦੀ ਗੱਲ ਕੀਤੀ ਜਾ ਰਹੀ ਹੈ, ਬਿਕਰਮ ਮਜੀਠੀਆ ਦੇ ਨਾਲ ਜਿਹੜੇ ਬਿਕਰਮ ਮਜੀਠੀਆ ਦੀ ਬੈਰਕ ਦਾ ਲਗਾਤਾਰ ਦੌਰਾ ਕੀਤਾ ਜਾ ਰਿਹਾ, ਉਸ ਨੂੰ ਰਾਜਸੀ ਬਦਲਾਖੋਰੀ ਦੱਸਿਆ ਗਿਆ। ਤੇ ਜੇਕਰ ਗੱਲ ਕੀਤੀ ਜਾਵੇ ਲਾਅ ਐਂਡ ਆਰਡਰ ਦੀ ਤਾਂ ਲਗਾਤਾਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਕਿ ਲਾਅ ਐਂਡ ਆਰਡਰ ਸਿਚੁਏਸ਼ਨ ਇਸ ਤਰੀਕੇ ਬਣ ਚੁੱਕੀ ਹੈ ਆਮ ਆਦਮੀ ਪਾਰਟੀ ਦੀ ਕਿ ਜਿਸ ਤਰੀਕੇ ਨਾਲ ਜੰਗਲ ਰਾਜ ਹੋਵੇ। ਕੈਮਰਾ ਪਰਸਨ ਜਸਪ੍ਰੀਤ ਦੇ ਨਾਲ ਸਾਜਿੰਦਰ ਉਲਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ।